ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰ ਸੱਚਾ ਪਾਤਸ਼ਾਹੋ, ਕੂੜੇ ਬਾਦਸ਼ਾਹ ਦੁਨੀਆਵੇ। ਸਤਿਗੁਰ ਨਾਥਾ ਨਾਥ ਹੈ, ਹੋਏ ਨਾਉ ਨਾਥ ਅਨਾਥ ਨਿਥਾਵੇ। ਸਤਿਗੁਰ ਸੱਚ ਦਾਤਾਰ ਹੈ, ਹੋਰ ਦਾਤੇ ਫਿਰਦੇ ਪਾਸ਼ਾਵੇ। ਸਤਿਗੁਰ ਕਰਤਾ ਪੁਰਖ ਹੈ, ਕਰ ਕਰਤੂਤ ਨਿਵਾਵਨ ਨਾਵੇ। ਸਤਿਗੁਰ ਸੱਚਾ ਸਾਹੋ ਹੈ, ਹੋਰ ਸਾਹਾ ਵੇ ਸਾਹਾ ਉਚਾਵੇ। ਸਤਿਗੁਰ ਸੱਚਾ ਵੈਦ ਹੈ, ਹੋਰ ਵੈਦ ਸਭ ਕੈਦ ਕੁੜਾਵੇ। ਵਿਣ ਸਤਿਗੁਰ ਸਭ ਨਿਗੋਸਾਵੇ, ਵਿਣ ਸਤਿਗੁਰ ਸਭ ਨਿਗੋਸਾਵੇ। ਸਿਰ ਸਾਹਾਂਦੈ ਸਾਹੋ, ਸੱਜਣ ਸੱਚਾ ਪਾਤਸ਼ਾਹ, ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂਦੈ ਸਾਹੋ ਜੀ, ਸੱਜਣ ਸੱਚਾ ਪਾਤਸ਼ਾਹ, ਸੱਜਣ ਸੱਚਾ ਪਾਤਸ਼ਾਹ। ਸੱਜਣ ਸੱਚਾ ਪਾਤਸ਼ਾਹ, ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂਦੈ ਸਾਹੋ ਜੀ, ਸੱਜਣ ਸੱਚਾ ਪਾਤਸ਼ਾਹ, ਸੱਜਣ ਸੱਚਾ ਪਾਤਸ਼ਾਹ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇ ਸਾਹੋ। ਝੂਠੇ ਬਾਦਸ਼ਾਹ ਦੁਨੀਆ ਦੇ, ਸਤਿਗੁਰ ਸੱਚਾ ਪਾਤਸ਼ਾਹ ਹੈ। ਝੂਠੇ ਬਾਦਸ਼ਾਹ ਦੁਨੀਆ ਦੇ, ਸਤਿਗੁਰ ਸੱਚਾ ਪਾਤਸ਼ਾਹ ਹੈ। ਝੂਠੇ ਪਾਤਸ਼ਾਹ ਦੁਨੀਆ ਦੇ
सतगुर सच्चा पातशाह जी। झूठे बादशाह दुनिया दे सतगुर सच्चा पातशाह जी। सतगुर सच्चा पातशाह, सतगुर सच्चा पातशाह जी। सतगुर सच्चा पातशाह, सतगुर सच्चा पातशाह। झूठे पातशाह दुनिया दे सतगुर सच्चा पातशाह जी। झूठे पातशाह दुनिया दे सच्चा पातशाह जी। सतगुर सच्चा पातशाह कूड़े बादशाह दुनिया वे। सतगुर नाथा नाथ है होए नौ नाथ अनाथन थावे। जुगो जुगा टल चवर तख्त दे मालक गुरगद्दी ते विराजमान प्रतख सतगुरु सारी ही दुनिया दे सांझे रहबर दसां पातशाहियां दे आत्म स्वरूप श्री गुरु ग्रंथ साहिब जी दे चरनां विच जुड़ बैठी गुरु रूप गुरु प्यारी गुरु सवारी साध संगत जी आओ रसना नूं पवित्र करो। गज के आखो जी वाहिगुरु जी का खालसा वाहिगुरु जी की फतेह। सतगुरु जी दी बख्शिश सदका मेहर सदका सतगुरु जी के चरणों में संध्या वेले के समय जुड़ बैठन का समा प्राप्त होया है। कलयुग मह कीर्तन प्रधाना गुरमुख जपीए लाए ध्याना दे महवाक अनुसार गुरबाणी के शब्द कीर्तन के नाल जुड़न का समा प्राप्त होया है। कल रोज़ तो लै करके सतगुरु जी की इलाही बाणी दे श्री अखंड पाठ साहिब प्रारंभ हैं। दूसरे दिनां दे संध्या वेले दे दीवान सजे सजे दीवानां दे अंदर पवित्र गुरबाणी सोहदार रहरास साहिब जी की बाणी दे पाठ आरती आरती दे जाप कुछ समा सतगुरु सच्चे पातशाह जी की पवित्र गुरबाणी की विचार नूं पढ़न सुनन दा प्राप्त होया है। आओ समय नूं सफल करन वास्ते गुरु जी की बाणी नूं प्यार सत्कार दे नाल पढ़ीए सुनीए अपने मनां विच वसाईए। भाई साहब भाई गुरदास जी की पवित्र वार की पंक्तियां आपां ने सांझियां कीतियां ने। भाई गुरदास जी इन्हां पंक्तियां दे अंदर संसारक बादशाह जिहड़े अपने आप नूं पातशाह अखवाउंदे ने उन्हां दा जिक्र ते सच्चे पातशाह जी दा जिक्र सतगुरु जी दा जिक्र कर रहे ने। इन्हां पंक्तियां दे अंदर भाई साहब भाई गुरदास जी ने सतगुरु जी की महिमा नूं बयान कीता है। जिमें जदों सूरज चढ़ जाता है सूरज चढ़न दे नाल जिहड़े छोटे मोटे दीवे हुंदे ने उन्हां दा प्रकाश मध्यम पै जाता है। उस तरह भाई साहब भाई गुरदास जी के कथन अनुसार बड़े बड़े बादशाह वड्डे वड्डे अपने आप नूं पातशाह कहाउण वाले जिहड़े लोग ने
ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਫਿੱਕੇ ਨਜ਼ਰ ਆਉਂਦੇ ਨੇ। ਭਾਈ ਸਾਹਿਬ ਜੀ ਨੇ ਬਚਨ ਕੀਤਾ, ਸਤਿਗੁਰ ਸੱਚਾ ਪਾਤਸ਼ਾਹੋ ਕੂੜੇ ਬਾਦਸ਼ਾਹ ਦੁਨੀਆ ਆਵੇ। ਭਾਈ ਸਾਹਿਬ ਕਹਿੰਦੇ ਨੇ ਜਿਹੜਾ ਸੱਚਾ ਸਤਿਗੁਰੂ ਜੀ ਹੈ, ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਜੀਵਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ, ਮੁਕਤੀ ਦਾ ਜੋ ਦਾਤਾ ਹੈ, ਗਿਆਨ ਦਾ ਜੋ ਦਾਤਾ ਸਤਿਗੁਰੂ ਹੈ, ਉਹ ਸੱਚਾ ਪਾਤਸ਼ਾਹ ਹੈ, ਪਾਤਸ਼ਾਹ ਦਾ ਵੀ ਪਾਤਸ਼ਾਹ ਹੈ। ਪਰ ਇਸ ਤੋਂ ਉਲਟ ਜਿਹੜੇ ਦੁਨੀਆ ਦੇ ਹੋਰ ਬਾਦਸ਼ਾਹ ਨੇ, ਦੁਨੀਆ ਦੇ ਜਿਹੜੇ ਪਾਤਸ਼ਾਹ ਨੇ, ਉਹ ਝੂਠੇ ਨੇ। ਉਹਨਾਂ ਦੇ ਕੋਲ ਕੂੜ ਹੈ, ਉਹਨਾਂ ਕੋਲ ਦੇਣ ਵਾਸਤੇ ਸੱਚੀ ਵਸਤੂ ਨਹੀਂ ਹੈ, ਉਹਨਾਂ ਕੋਲ ਦੇਣ ਵਾਸਤੇ ਗਿਆਨ ਨਹੀਂ ਹੈ। ਇਸ ਕਰਕੇ ਉਹ ਝੂਠੇ ਨੇ, ਉਹ ਬਿਨਸਣ ਵਾਲੇ ਨੇ, ਸਦਾ ਰਹਿਣ ਵਾਲੇ ਨਹੀਂ ਹਨ। ਇਸੇ ਤਰ੍ਹਾਂ ਸਤਿਗੁਰੂ ਜੀ ਅਨਾਥਾਂ ਦੇ ਨਾਥ ਨੇ, ਜਿਨ੍ਹਾਂ ਦਾ ਕੋਈ ਨਹੀਂ ਬਣਦਾ, ਉਹਨਾਂ ਦੇ ਗੁਰੂ ਜੀ ਬਣ ਜਾਂਦੇ ਨੇ। ਗੁਰੂ ਜੀ ਨਾਥਾਂ ਦੇ ਨਾਥ ਨੇ, ਔਰ ਕਹਿੰਦੇ ਨੇ ਤੁਰੇ ਫਿਰਦੇ ਜਾਂਦੇ ਨਿਥਾਵਿਆਂ ਨੂੰ ਥਾਂ ਦਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ। ਔਰ ਸਤਿਗੁਰੂ ਜੀ ਵਰਗਾ ਦਾਤਾ ਕੋਈ ਨਹੀਂ। ਸਤਿਗੁਰ ਸੱਚ ਦਾਤਾਰ ਹੈ, ਹੋਰ ਦਾਤੇ ਫਿਰਦੇ ਪਾਸ਼ਾਵੇ। ਕਹਿੰਦੇ ਸਤਿਗੁਰੂ ਵਰਗਾ ਸੱਚਾ ਦਾਤਾ ਸੰਸਾਰ 'ਚ ਕੋਈ ਨਹੀਂ ਹੈ। ਜਿਹੜੀ ਵਸਤੂ ਗੁਰੂ ਨੇ ਆਪਣੇ ਸਿੱਖ ਨੂੰ ਦੇ ਦੇਣੀ ਹੈ, ਉਹ ਵਸਤੂ ਸਿੱਖ ਨੂੰ ਹੋਰ ਪਾਸਿਓਂ ਕਿਤੇ ਪ੍ਰਾਪਤ ਨਹੀਂ ਹੋਣੀ। ਇਸੇ ਕਰਕੇ ਗੁਰੂ ਕਾ ਸਿੱਖ ਗੁਰੂ ਕੋਲ ਜਾਂਦਾ ਹੈ। ਉਹਨੂੰ ਪਤਾ ਵੀ ਜਿਸ ਵਸਤੂ ਨੂੰ ਮੈਂ ਲੈਣ ਵਾਸਤੇ ਜਾਣਾ, ਉਹ ਮੈਨੂੰ ਕੇਵਲ ਤੇ ਕੇਵਲ ਗੁਰੂ ਪਾਸੋਂ ਹੀ ਮਿਲਣੀ ਹੈ। ਜਿਹੜੀ ਨਾਮ ਦੀ ਦਾਤ ਮੈਂ ਪ੍ਰਾਪਤ ਕਰਨੀ, ਉਹ ਗੁਰੂ ਤੋਂ ਬਗੈਰ ਕਿਸੇ ਹੋਰ ਕੋਲ ਨਹੀਂ ਪ੍ਰਾਪਤ ਹੋਣੀ। ਇਸ ਕਰਕੇ ਸਤਿਗੁਰੂ ਜੀ ਸੱਚੇ ਦਾਤਾਰ ਪਿਤਾ ਨੇ, ਤੇ ਹੋਰ ਜਿਹੜੇ ਦਾਤੇ ਨੇ ਉਹ ਸਤਿਗੁਰੂ ਜੀ ਦੇ ਪਿੱਛੇ ਪਰਛਾਵੇਂ ਵਾਂਗੂ ਭਾਈ ਸਾਹਿਬ ਕਹਿੰਦੇ ਫਿਰਦੇ ਆ। ਭਾਵ ਜਿਹੜੇ ਹੋਰ ਦਾਤੇ ਨੇ ਉਹ ਸਤਿਗੁਰੂ ਜੀ ਦੇ ਪਿੱਛੇ ਨੇ, ਭਾਵ ਸਤਿਗੁਰੂ ਜੀ ਦਾਤਿਆਂ ਦੇ ਦਾਤੇ ਨੇ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਤੁਸੀਂ ਪੂਰੇ ਦਾਤੇ ਹੋ ਸੱਚੇ ਪਾਤਸ਼ਾਹ, ਅਸੀਂ ਦੀਨ ਬਣ ਕੇ, ਭਿਖਾਰੀ ਬਣ ਕੇ ਤੇਰੇ ਪਾਸੋਂ ਦਾਤਾਂ ਪ੍ਰਾਪਤ ਕਰਦੇ ਹਾਂ। ਇਸ ਕਰਕੇ ਸਤਿਗੁਰੂ ਜੀ ਨੇ ਬਚਨ ਵੀ ਕੀਤਾ ਹੈ ਕਿ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਸੋਂ ਦਾਤ ਪ੍ਰਾਪਤ ਕਰਦਾ ਹੈ, ਉਹ ਨਿਹਾਲ ਹੋ ਜਾਂਦਾ ਹੈ। ਕਿਉਂਕਿ ਸਤਿਗੁਰੂ ਹੀ ਦਾਤਾਂ ਦੇਣ ਵਾਲੇ ਹਨ, ਸਤਿਗੁਰੂ ਹੀ ਸਿੱਖ ਦੀਆਂ ਝੋਲੀਆਂ ਨੂੰ ਭਰਨ ਵਾਲੇ ਹਨ। ਦਾਤ ਜਿਹੜੀ ਉਹ ਗੁਰੂ ਪਾਸੋਂ ਹੀ ਪ੍ਰਾਪਤ ਹੋਏਗੀ। ਇਸ ਕਰਕੇ ਸਤਿਗੁਰੂ ਜੀ ਵੱਡੇ ਦਾਤਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਹਨ। ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਹੜੇ ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ, ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਨ ਵਾਰਿਓ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਨੇ ਵੱਡੇ ਯੋਧੇ ਦੱਸਿਆ, ਵੱਡੇ ਦਲਾਂ ਨੂੰ ਭੰਜਣ ਵਾਲੇ ਦੱਸਿਆ ਹੈ, ਦਾਤੇ ਦੱਸਿਆ। ਔਰ ਜਿਹੜੇ ਵੱਡੇ ਪੀਰ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਜਦੋਂ ਤਖਤ ਤੇ ਬੈਠੇ ਨਾ, ਜਦੋਂ ਗੁਰੂ ਸਾਹਿਬ ਜੀ ਨੂੰ ਗੁਰਿਆਈ ਮਿਲੀ, ਗੁਰਿਆਈ ਮਿਲਣ ਤੋਂ ਬਾਅਦ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬਾਤਾਂ ਸਾਰੇ ਦੇਸ਼ ਭਰ ਦੇ ਵਿੱਚ ਹੋਣ ਲੱਗੀਆਂ, ਸਤਿਗੁਰੂ ਦੀ ਮਹਿਮਾ ਚਾਰ ਸਫੇਰੇ ਘੁੰਮ ਗਈ। ਤੇ ਇਹ ਮਹਿਮਾ, ਇਹ ਵਡਿਆਈ ਜਿਹੜੀ ਹੈ ਜਹਾਂਗੀਰ ਦੇ ਕੰਨਾਂ ਵਿੱਚ ਵੀ ਪਈ। ਜਦੋਂ ਸਤਿਗੁਰੂ ਜੀ ਬਾਰੇ ਪਤਾ ਲੱਗਾ ਜਹਾਂਗੀਰ ਨੂੰ, ਫਿਰ ਜਹਾਂਗੀਰ ਬਾਦਸ਼ਾਹ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲਣਾ ਚਾਹਿਆ।
गुरु जी के दर्शन करने चाहे भी जिन्हां दी इन्नी महिमा संसार च हो रही है उन्हां नूं मिलिया जावे। समा तय करके साध संगत जी सतगुरु जी नूं सुनेहा भेजिया। फिर सतगुरु जहांगीर बादशाह दे कोल गए। जहांगीर बादशाह ने सतगुरु जी नाल मिलाप किया। बड़ा सोहना बड़ा लंबा सतगुरु महाराज सच्चे पातशाह जी का नूरानी चेहरा। बादशाह जहांगीर जिहड़ा सी सतगुरु सच्चे पातशाह जी नूं वेख के बड़ा हैरान होया। बड़ा ही हैरान होया सतगुरु जी नूं वेख के। और सतगुरु सच्चे पातशाह महाराज दे नाल उन्हें मित्रता करनी चाहिए, दोस्ती का हथ बढ़ाया। सतगुरु सच्चे पातशाह श्री गुरु हरगोबिंद साहिब महाराज जहांगीर बादशाह कोल रहे। एक दिन सतगुरु सच्चे पातशाह महाराज नूं शिकार खिडाउण वास्ते जहांगीर बादशाह आगरे लैके गया जंगल दे विच। हुण जंगल दे विच जदों सतगुरु सच्चे पातशाह जी पहुंचदे ने, जहांगीर बादशाह सतगुरु जी दे नाल है। सतगुरु जी दे नाल कुछ सिंह ने और बादशाह जहांगीर दे नाल उहदे कुछ सिपाही ने। हुण जंगल दे विच उतारा कर दिता गया। एक तंबू जिहड़ा सी ओह जहांगीर बादशाह दा लगा। थोड़ी जी दूरी दे उत्ते धन गुरु श्री गुरु हरगोबिंद साहिब महाराज जी दा तंबू लगाया गया। जहांगीर बादशाह अपने तंबू विच विराजमान हो गया। कलगियां वाले सतगुरु मीरी पीरी दे मालक सतगुरु श्री गुरु हरगोबिंद साहिब महाराज जी अपने तंबू दे विच विराजमान हो गए। हुण सतगुरु जी दी आमद दी जिहड़ी खबर है आगरे दे नेड़े तेड़े सारे नगरां दे विच फैल गई कि सिखां दे 6वें पातशाह श्री गुरु हरगोबिंद साहिब महाराज आगरे दी धरती ते पहुंचे हुए ने। जिथे जिथे भी सिख संगत नूं पता लगदा है उथों बहीरां घत के सतगुरु जी दे दर्शन करन वास्ते गुरु कीआं संगतां आउंदियां। क्योंकि जिन्हां दे अंदर प्यार हुंदा है गुरु दे दर्शन करन वास्ते आउंदे हन। गुर का दर्शन देख देख जीवां, गुर के चरण धोए धोए पीवां। प्यार वाले गुरसिख गुरु दे दर्शन कर करके नहीं रजदे। सतगुरु सच्चे पातशाह जी दे सिख दर्शन करदे, सतगुरु जी दे उपदेश रूपी चरनां नूं धो धो के पींदे। जो गुरु साहब जी संगतां नूं उपदेश दिंदे, गुरु के सिख उन्हां उपदेशां नूं गुरु जी दे बोलां नूं अमृत समझ के साध संगत जी अपने मन दे विच वसाउंदे। बहुत बहीरां घत घत के गुरु कीआं संगतां सतगुरु जी दे दर्शन करन वास्ते आउंदियां हन और निहाल हुंदियां हन। पता लगा एक सिख नूं पता लग्या कि धन धन श्री गुरु हरगोबिंद साहिब महाराज जी इस धरती दे उत्ते इस इलाके च आए हुए ने। इन्हें भी साध संगत जी मन च सोचिया भी मैं भी गुरु जी दे दर्शन करा, मैं भी गुरु जी दे दीदार करा। मेरा मन लोचे गुरु दर्शन ताई, बिलप करे चातर की न्याई। त्रिखा ना उतरे शांत ना आवे। साध संगत जी गुरु के सिख दे अंदर प्यार जागया, गुरु के सिख दे अंदर उत्साह जागया कि मैं गुरु जी दे दर्शन जाके करा। इस तरह अपने मन की बेवलताई नूं बड़े प्यार दे विच गुरु दे दर्शनां दी तांग लैके सिख बेनतियां करदा है। गुरां दे दर्शन ताई मेरा मन लोचदा, गुरां दे दर्शन ताई मेरा मन लोचदा। गुरां दे
ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ। मेरा मन लोचे गुर दर्शन ताई, मेरा मन लोचे गुर दर्शन ताई। गुरां दे दर्शन ताई मेरा मन लोचदा, गुरां दे दर्शन ताई मेरा मन लोचदा। ਮਨ ਦੇ ਵਿੱਚ ਉਤਸ਼ਾਹ ਜਾਗਿਆ, ਪ੍ਰੀਤ ਜਾਗੀ। ਜਦੋਂ ਕਿਸੇ ਦੇ ਅੰਦਰ ਪ੍ਰੀਤ ਜਾਗਦੀ ਗੁਰੂ ਦੇ ਦਰਸ਼ਨਾਂ ਦੀ, ਫਿਰ ਸਾਧ ਸੰਗਤ ਜੀ ਉਹ ਸਿੱਖ ਦੇਰੀ ਨਹੀਂ ਕਰਦਾ। ਉਹ ਸਿੱਖ ਫਿਰ ਦੇਰੀ ਨਹੀਂ ਕਰਦਾ, ਜਾ ਕੇ ਗੁਰੂ ਦੇ ਦਰਸ਼ਨ ਕਰਦਾ, ਦੀਦਾਰ ਕਰਦਾ, ਆਪਣੇ ਆਪ ਨੂੰ ਤ੍ਰਿਪਤ ਕਰ ਲੈਂਦਾ ਗੁਰੂ ਜੀ ਦੇ ਦਰਸ਼ਨ ਕਰਕੇ। ਸਿੱਖ ਦੇ ਅੰਦਰ ਜਦੋਂ ਪਿਆਰ ਜਾਗਿਆ ਤੇ ਸਾਧ ਸੰਗਤ ਜੀ ਸਿੱਖ ਨੇ ਗੁਰੂ ਜੀ ਦੇ ਦਰਸ਼ਨ ਕਰਨੇ ਚਾਹੇ। ਹੁਣ ਜਦੋਂ ਤੁਰਨ ਲੱਗਦਾ ਹੈ, ਮਨ ਵਿੱਚ ਵਿਚਾਰ ਆਈ ਵੀ ਗੁਰੂ ਜੀ ਦੇ ਦਰਸ਼ਨ ਕਰਨ ਜਾਣਾ ਹੈ, ਕੁਛ ਨਾ ਕੁਛ ਭੇਟਾ ਵੀ ਲੈ ਕੇ ਜਾਣੀ ਚਾਹੀਦੀ ਹੈ। ਕੁਛ ਭੇਟਾ ਲੈ ਕੇ ਜਾਵਾਂ। ਜਦੋਂ ਮਨ ਦੇ ਵਿੱਚ ਸੋਚਦਾ ਹੈ ਕੀ ਭੇਟਾ ਗੁਰੂ ਜੀ ਨੂੰ ਲੈ ਕੇ ਜਾਵਾਂ, ਕੋਈ ਵਸਤੂ ਨਜ਼ਰ ਨਹੀਂ ਆ ਰਹੀ, ਕਿਉਂਕਿ ਗਰੀਬ ਸੀ, ਘਾਹ ਵੱਢ ਕੇ ਗੁਜ਼ਾਰਾ ਕਰਦਾ ਸੀ। ਘਾਹ ਵੱਢਣਾ ਜੰਗਲ ਦੇ ਵਿੱਚੋਂ ਤੇ ਉਹਨੂੰ ਵੇਚ ਕੇ ਗੁਜ਼ਾਰਾ ਕਰਨਾ, ਬਸ ਇਤਨਾ ਕੁ ਕੰਮ ਸੀ ਉਹਦਾ। ਜੋ ਘਾਹ ਬਾਜ਼ਾਰ ਵਿੱਚ ਵਿਕ ਜਾਂਦਾ, ਉਸ ਘਾਹ ਨੂੰ ਵੇਚ ਕੇ ਆਪਣੇ ਘਰ ਦੀ ਪੂਰਤੀ ਕਰਦਾ ਹੈ। ਗਰੀਬ ਸੀ, ਆਰਥਿਕ ਤੰਗੀ ਸੀ। ਸਤਿਗੁਰੂ ਜੀ ਨੂੰ ਕੀ ਲੈ ਕੇ ਜਾਵਾਂ, ਕੁਛ ਨਾ ਕੁਛ ਮਾਇਆ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟ ਕਰਨੀ ਹੈ। ਇਸ ਘਾਹੀ ਸਿੱਖ ਨੇ ਸਾਧ ਸੰਗਤ ਜੀ ਘਾਹ ਵੱਢਿਆ, ਘਾਹ ਵੱਢ ਕੇ ਉਹਦੀ ਪੰਡ ਬਣਾਈ ਤੇ ਆਪਣੇ ਸਿਰ ਤੇ ਚੁੱਕੀ। ਪੰਡ ਸਿਰ ਤੇ ਚੁੱਕ ਕੇ ਸਾਧ ਸੰਗਤ ਜੀ ਬਾਜ਼ਾਰ 'ਚ ਵੇਚਿਆ। ਜਦੋਂ ਬਾਜ਼ਾਰ ਦੇ ਵਿੱਚ ਪੰਡ ਵੇਚੀ ਘਾਹ ਦੀ, 1 ਟਕਾ ਮਿਲਿਆ। ਉਹ 1 ਟਕਾ ਜਦੋਂ ਸਾਧ ਸੰਗਤ ਜੀ ਘਾਹ ਦਾ ਮਿਲਿਆ ਤੇ ਉਹ ਟਕਾ ਲੈ ਕੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਤੁਰ ਪਿਆ। ਸਾਧ ਸੰਗਤ ਜੀ ਗੁਰੂ ਜੀ ਪ੍ਰੇਮ ਦੇ ਭੁੱਖੇ ਹੁੰਦੇ ਹਨ, ਗੁਰੂ ਜੀ ਸ਼ਰਧਾ ਦੇ ਭੁੱਖੇ ਹਨ। ਗੁਰੂ ਜੀ ਨੂੰ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਨਾਮ ਲਿਆ ਹੈ ਮੋਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨੂੰ ਕੰਚਨ ਦੇ ਨਾਲ, ਸੋਨੇ ਨਾਲ ਤੋਲਿਆ ਨਹੀਂ ਜਾ ਸਕਦਾ। ਗੁਰੂ ਜੇਕਰ ਭੇਟਾ ਮੰਗਦਾ ਹੈ ਤੇ ਪਿਆਰ ਦੀ ਭੇਟਾ ਮੰਗਦਾ ਹੈ। ਪਿਆਰ ਦੀ ਭੇਟਾ ਕੁਛ ਵੀ ਹੋ ਸਕਦੀ ਹੈ। ਇਹ ਪਿਆਰ ਦੀ ਭੇਟਾ 1 ਟਕਾ ਲੈ ਕੇ ਗੁਰੂ ਕਾ ਸਿੱਖ ਪੁੱਛਦਾ ਪਛਾਉਂਦਾ ਗੁਰੂ ਸਾਹਿਬ ਜੀ ਬਾਰੇ। ਸਾਧ ਸੰਗਤ ਜੀ ਤੁਰਿਆ ਜਾ ਰਿਹਾ ਹੈ, ਤੁਰਿਆ ਜਾ ਰਿਹਾ ਹੈ, ਪਰ ਇਹਨੂੰ ਇਉਂ ਵੀ ਲੱਗਦਾ ਵੀ ਜਿਹੜੀ ਮੈਂ ਭੇਟਾ ਲੈ ਕੇ ਚੱਲਿਆ ਕਿਤੇ ਛੋਟੀ ਨਾ ਹੋਵੇ, ਥੋੜੀ ਨਾ ਹੋਵੇ। ਪਰ ਫਿਰ ਵੀ ਮਨ ਦੇ ਵਿੱਚ ਵਿਚਾਰ ਆਉਂਦੀ ਵੀ ਗੁਰੂ ਸਾਹਿਬ ਜੀ ਤਾਂ ਪ੍ਰੇਮ ਦੇ ਭੁੱਖੇ ਨੇ, ਉਹਨਾਂ ਨੂੰ ਛੋਟੀ ਵੱਡੀ ਭੇਟਾ ਦੇ ਨਾਲ ਨਹੀਂ ਹੈ। ਉਹਨਾਂ ਨੂੰ ਤਾਂ ਬਸ ਇਹ ਹੈ ਵੀ ਕੋਈ ਸਿੱਖ ਪਿਆਰ ਨਾਲ ਗੁਰੂ ਦੇ ਦਰਸ਼ਨ ਕਰਨ ਆਵੇ। ਗੁਰੂ ਸਾਹਿਬ ਜੀ ਦੀਆਂ ਝੋਲੀਆਂ ਬਰਕਤਾਂ ਦੇ ਨਾਲ ਭਰ ਦਿੰਦੇ ਨੇ। ਜਦੋਂ ਕਾਲੀ ਦੇ ਨਾਲ ਪੁੱਛਦਾ ਪਛਾਉਂਦਾ ਪੁੱਜਿਆ,
ਕੀ ਵੇਖਦਾ? ਇੱਕ ਤੰਬੂ ਲੱਗਿਆ ਹੋਇਆ ਹੈ। ਇਹ ਤੰਬੂ ਉਹ ਸੀ ਸਾਧ ਸੰਗਤ ਜੀ ਜਿਹੜਾ ਬਾਦਸ਼ਾਹ ਜਹਾਂਗੀਰ ਦਾ ਤੰਬੂ ਸੀ। ਜਦੋਂ ਕਾਲ ਦੇ ਨਾਲ ਇਹ ਸਿੱਖ ਅੱਗੇ ਹੋਇਆ, ਬਾਦਸ਼ਾਹ ਜਹਾਂਗੀਰ ਦੇ ਸਿਪਾਹੀ ਖੜੇ ਨੇ। ਸਿਪਾਹੀਆਂ ਨੇ ਪੁੱਛਿਆ, ਹਾਂ ਵੀ ਕਿੱਥੇ ਜਾਣਾ ਹੈ? ਸਿੱਖ ਨੇ ਕਿਹਾ, ਮੈਂ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਨੇ। ਜਹਾਂਗੀਰ ਬਾਦਸ਼ਾਹ ਦੇ ਸਿਪਾਹੀਆਂ ਨੂੰ ਇਉਂ ਲੱਗਿਆ ਵੀ ਜਹਾਂਗੀਰ ਬਾਦਸ਼ਾਹ ਨੂੰ ਪਾਤਸ਼ਾਹ ਕਹਿ ਰਿਹਾ ਹੈ, ਸ਼ਾਇਦ ਜਹਾਂਗੀਰ ਬਾਦਸ਼ਾਹ ਦੇ ਦਰਸ਼ਨ ਕਰਨੇ ਹੋਣੇ ਨੇ। ਆਪਣੀ ਗਰੀਬੀ ਦੀ ਹਾਲਤ ਦੱਸ ਕੇ ਕੁਝ ਨਾ ਕੁਝ ਬਾਦਸ਼ਾਹ ਜਹਾਂਗੀਰ ਪਾਸੋਂ ਲੈਣਾ ਹੋਵੇਗਾ। ਇਸ਼ਾਰਾ ਕਰ ਦਿੱਤਾ ਵੀ ਇਸ ਤੰਬੂ ਦੇ ਵਿੱਚ ਚਲਾ ਜਾ। ਉਹ ਸਿੱਖ ਕਾਲ ਦੇ ਨਾਲ ਉਸ ਤੰਬੂ ਦੇ ਵਿੱਚ ਦਾਖਲ ਹੋ ਗਿਆ, ਜਿਸ ਤੰਬੂ ਦੇ ਵਿੱਚ ਬਾਦਸ਼ਾਹ ਜਹਾਂਗੀਰ ਬੈਠਾ ਸੀ। ਪਲੰਘ ਲੱਗਿਆ ਹੋਇਆ, ਬੜੀ ਸ਼ਾਨੋ ਸ਼ੌਕਤ ਦੇ ਨਾਲ ਜਹਾਂਗੀਰ ਬਾਦਸ਼ਾਹ ਉਸ ਪਲੰਘ ਉੱਤੇ ਬੈਠਾ ਹੈ। ਸਿੱਖ ਇੱਕਦਮ ਸਾਧ ਸੰਗਤ ਜੀ ਤੰਬੂ ਵਿੱਚ ਦਾਖਲ ਹੋਇਆ। ਉਹ ਟਕਾ ਜਿਹੜਾ ਲਿਆਂਦਾ ਸੀ, ਉਹ ਟਕਾ ਜਹਾਂਗੀਰ ਬਾਦਸ਼ਾਹ ਦੇ ਪੈਰਾਂ 'ਚ ਰੱਖ ਦਿੱਤਾ ਤੇ ਜਦੋਂ ਆਪਣੇ ਨੇਤਰ ਚੁੱਕ ਕੇ ਉੱਤੇ ਨੂੰ ਵੇਖਿਆ ਤਾਂ ਸਾਧ ਸੰਗਤ ਜੀ ਸਾਹਮਣੇ ਜਹਾਂਗੀਰ ਬਾਦਸ਼ਾਹ ਬੈਠਾ ਸੀ। ਸਿੱਖ ਦੇ ਬੋਲਣ ਤੋਂ ਪਹਿਲਾਂ ਹੀ ਜਹਾਂਗੀਰ ਬਾਦਸ਼ਾਹ ਆਖਣ ਲੱਗਿਆ, ਦੱਸ ਵੀ ਕੀ ਚਾਹੀਦਾ ਹੈ? ਤੈਨੂੰ ਕੀ ਮਾਇਆ ਚਾਹੀਦੀ, ਵਸਤਰ ਚਾਹੀਦੇ ਨੇ, ਕੀ ਪਦਾਰਥ ਚਾਹੀਦੇ ਨੇ? ਜਿਹੜੀ ਵਸਤੂ ਤੈਨੂੰ ਚਾਹੀਦੀ ਹੈ ਤੈਨੂੰ ਮਿਲ ਜਾਵੇਗੀ। ਕਿਉਂਕਿ ਜਹਾਂਗੀਰ ਬਾਦਸ਼ਾਹ ਨੂੰ ਇਉਂ ਲੱਗਿਆ ਇਹ ਕੋਈ ਗਰੀਬ ਆਇਆ ਹੈ, ਮੇਰੇ ਕੋਲ ਫਰਿਆਦ ਲੈ ਕੇ ਆਇਆ ਹੈ ਤੇ ਸ਼ਾਇਦ ਇਹਨੂੰ ਕਿਸੇ ਵਸਤੂ ਦੀ ਜ਼ਰੂਰਤ ਹੈ। ਜਹਾਂਗੀਰ ਬਾਦਸ਼ਾਹ ਆਖਣ ਲੱਗਿਆ, ਜਿਹੜੀ ਵਸਤੂ ਦੀ ਲੋੜ ਹੈ ਉਹ ਤੈਨੂੰ ਮਿਲ ਜਾਵੇਗੀ, ਦੱਸ ਕੀ ਚਾਹੀਦਾ? ਜਦੋਂ ਉਸ ਘਾਹੀ ਸਿੱਖ ਨੇ ਬਾਦਸ਼ਾਹ ਵੱਲ ਵੇਖਿਆ, ਉਹਦੇ ਬੋਲ ਸੁਣੇ, ਸਿੱਖ ਦੇ ਅੰਦਰ ਸਾਧ ਸੰਗਤ ਦੀ ਮਨ ਦੇ ਵਿੱਚ ਇਹ ਵਿਚਾਰ ਆਈ, ਇਹ ਸੱਚਾ ਪਾਤਸ਼ਾਹ ਨਹੀਂ ਹੋ ਸਕਦਾ, ਮੇਰਾ ਸੱਚਾ ਪਾਤਸ਼ਾਹ ਨਹੀਂ ਹੋ ਸਕਦਾ। ਇਹ ਤਾਂ ਕੋਈ ਦੁਨੀਆ ਦਾ ਬਾਦਸ਼ਾਹ ਲੱਗ ਰਿਹਾ ਹੈ, ਜਿਹੜਾ ਮੈਨੂੰ ਦੁਨੀਆ ਦੀਆਂ ਭੇਟਾਂ ਬਾਰੇ ਪੁੱਛ ਰਿਹਾ ਹੈ, ਜਿਹੜਾ ਮੈਨੂੰ ਸੰਸਾਰ ਦੀਆਂ ਵਸਤੂਆਂ ਬਾਰੇ ਪੁੱਛ ਰਿਹਾ ਹੈ। ਕਾਹੀ ਸਿੱਖ ਕਹਿਣ ਲੱਗਿਆ, ਜਿਹੜੀਆਂ ਵਸਤੂਆਂ ਤੂੰ ਮੈਨੂੰ ਦੇਣੀਆਂ ਚਾਹੁੰਦਾ, ਇਹਨਾਂ ਵਸਤੂਆਂ ਦੀ ਤਾਂ ਮੈਨੂੰ ਲੋੜ ਹੀ ਨਹੀਂ। ਇਹ ਵਸਤੂਆਂ ਤਾਂ ਮੇਰੇ ਕੋਲ ਹੈ ਨੇ, ਮੈਂ ਮਿਹਨਤ ਕਰਦਾ, ਮਜ਼ਦੂਰੀ ਕਰਦਾ, ਇਹ ਵਸਤੂਆਂ ਮੇਰੇ ਕੋਲ ਹੈ। ਮੈਂ ਤਾਂ ਨਾਮ ਦੀ ਬਖਸ਼ਿਸ਼ ਲੈਣ ਵਾਸਤੇ ਆਇਆ ਹਾਂ। ਜਹਾਂਗੀਰ ਬਾਦਸ਼ਾਹ ਨੂੰ ਇਉਂ ਲੱਗਿਆ ਵੀ ਜਿਹੜੀ ਵਸਤੂ ਇਹ ਪ੍ਰਾਪਤ ਕਰਨੀ ਚਾਹੁੰਦਾ, ਜਿਹੜੀ ਵਸਤੂ ਇਹ ਲੈਣ ਵਾਸਤੇ ਆਇਆ ਹੈ, ਉਹ ਮੇਰੇ ਕੋਲ ਨਹੀਂ, ਉਹ ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ ਹੈ। ਤੇ ਜਹਾਂਗੀਰ ਬਾਦਸ਼ਾਹ ਉਸ ਘਾਈ ਸਿੱਖ ਨੂੰ ਕਹਿੰਦਾ ਜਿਹੜੀ ਵਸਤੂ ਤੂੰ ਮੰਗਦਾ ਹੈ ਨਾ, ਉਹ ਵਸਤੂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਹੈ ਤੇ ਉਹਨਾਂ ਦਾ ਤੰਬੂ ਅੱਗੇ ਜਾ ਕੇ ਲੱਗਿਆ ਹੋਇਆ ਹੈ। ਮੈਂ ਤਾਂ ਤੈਨੂੰ ਵਸਤਰ ਦੇ ਸਕਦਾ, ਦੁਨੀਆ ਦੇ ਪਦਾਰਥ ਦੇ ਸਕਦਾ, ਮਾਇਆ ਦੇ ਸਕਦਾ ਹਾਂ, ਤੇਰੀਆਂ ਮੈਂ ਆਰਥਿਕ ਜ਼ਰੂਰਤਾਂ ਪੂਰੀਆਂ ਕਰ ਸਕਦਾ, ਪਰ ਜਿਹੜੀ ਬਖਸ਼ਿਸ਼ ਤੂੰ ਲੈਣੀ ਚਾਹੁੰਦਾ ਹੈ, ਜਿਹੜੀ ਨਾਮ ਦੀ ਬਖਸ਼ਿਸ਼ ਤੂੰ ਲੈਣੀ ਚਾਹੁੰਦਾ ਹੈ ਨਾ, ਉਹ ਤਾਂ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੈਨੂੰ ਦੇ ਸਕਦੇ ਨੇ। ਕਿਉਂਕਿ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੋਲ ਬੰਦਗੀ ਦੇ ਭਗਤੀ ਦੇ ਭੰਡਾਰ ਭਰੇ ਪਏ ਹਨ। ਸਤਿਗੁਰ ਦੇ ਕੋਲ ਨੇ ਭਗਤੀ ਦੇ ਭੰਡਾਰ ਪੂਰੇ, ਸਤਿਗੁਰ ਦੇ ਕੋਲ ਨੇ ਜੀ ਭਗਤੀ ਦੇ ਭੰਡਾਰ ਪੂਰੇ।
सतगुरु दे कोल ने जी भंडार भगती वाले, सतगुरु दे कोल ने भंडार भगती वाले। भंडारे भगती वाले, भंडारे भगती वाले, भंडारे भगती वाले, भंडारे भगती वाले। भंडारे भगती वाले जी, भंडारे भगती वाले, भंडारे भगती वाले, भंडारे भगती वाले। सतगुर दे कोल ने जी भंडारे भगती वाले, सतगुर दे कोल ने भंडारे भगती वाले। हरे अमृत भगत भंडार है गुर सतगुर पासे राम राजे। बादशाह जहांगीर कहंदा जिहड़ी वस्तु तू लैण आया मेरे कोल नहीं है, वो वस्तु छेवें पातशाह श्री गुरु हरगोबिंद साहिब महाराज कोल है, जिन्हां दा तंबू अगे लग्या है। ये वस्तु तू उन्हां तो प्राप्त कर। जदों सिख ने साध संगत जी जहांगीर बादशाह तो सुनिया, बेपरवाह हो के जहांगीर बादशाह दे पैरां विच रखिया होया जिहड़ा टका सी अपना, वो चुक के बादशाह जहांगीर दे तंबू विचों बाहर निकल गया ते जिथे सतगुरु जी दा तंबू लग्या सी उधर नूं साध संगत जी सिख तुरिया ते जाके उस तंबू विच दाखल होया जिस तंबू विच श्री गुरु हरगोबिंद साहिब महाराज विराजमान सन। जदों तंबू दे विच दाखल होया की वेख्या, दीन दुनिया दे मालक दल भंजन गुरसूर में वड्डे जोधे परोपकारी छेवें पातशाह श्री गुरु हरगोबिंद साहिब महाराज, सीस ते कलगी लगी, सोहणे वस्त्र पाए सतगुरु जी ने, चेहरा गदगद करदा है। सतगुरु सच्चे पातशाह श्री गुरु हरगोबिंद साहिब महाराज जी दे दर्शन कीते। बस दर्शन करन दी देर सी, चलो सिख ने गुरु साहब दे दर्शन कीते। होवे सिफत कसम दी नूर अरसों कुरसों चटी है, तुद डिठे सच्चे पातशाह मल जन्म जन्म दी कटी है। मन गद गद हो गया जी दर्शन करके, दर्शन करके गद गद हो गया जी दर्शन करके, दर्शन करके। मन गद गद हो गया जी
दर्शन करके गुरां दे मन गद गद हो गया जी। दर्शन करके दर्शन करके दर्शन करके दर्शन करके दर्शन करके मन गद गद हो गया जी। दर्शन करके गद गद हो गया जी। दर्शन करके श्री गुरु हरगोबिंद साहब महाराज जी के दर्शन करके सिख दा तन मन ठंडा हो गया, गदगद हो गया मन। साध संगत जी जेड़ा टका लैके आया सी गुरु साहब जी के चरनां च रख के नमस्कार कीती। दीन दुनिया दे मालक सारियां दातां देण वाले सतगुरु जिन्हां बारे भाई गुरदास जी का वचन आपां साझा कीता भी सतगुरु सच दातार है। होर दाते फिरदे पाशावे जिन्हां पिछे बड़े बड़े दाते परछावें की तरह फिरदे वो दातियां दा दाता सतगुरु श्री गुरु हरगोबिंद साहब महाराज जी सिख वल प्यार दी निगाह नाल वेखिया और बचन कीता, सिखा दस की चाहिदा है। सतगुरु श्री गुरु हरगोबिंद साहब महाराज के चरनां विच नमस्कार कीती। सच्चे पातशाह जी मैनू कुछ नहीं चाहिदा, राज ना चाहूं, मुक्त ना चाहूं, मन प्रीत चरण कमलारे। सच्चे पातशाह किसी राज भाग की लोड़ नहीं, किसी दुनियावी पदार्थां की लोड़ नहीं, अहुदियां की लोड़ नहीं, मैनू मुक्ति की भी लोड़ नहीं। जेकर जुड़िया रवे आप जी दे उपदेश रूपी चरनां दे नाल मेरा मन सदा सदा वास्ते जुड़िया रवे। इस तरह दीयां बेनतियां घाही सिख श्री गुरु हरगोबिंद साहब महाराज जी दे चरनां च करदा है। आओ आपां भी सतगुरु सच्चे पातशाह श्री गुरु हरगोबिंद साहब महाराज जी दे चरण छो पवित्र धरती श्री भविखतसर साहिब जिथे खड़ के साध संगत जी जिथे विराज के किसी समय श्री गुरु हरगोबिंद साहब महाराज सच्चे पातशाह जी ने आने वाले भविख के समय वास्ते सतगुरु जी ने बचन किए सन। ये धरती है साध संगत जी। जो श्री गुरु हरगोबिंद साहब महाराज सच्चे पातशाह जी इस धरती ते आए, जिस पासे वाल श्री आनंदपुर साहब की पावन पवित्र धरती नजर आ रही है, इस पासे वाल नूं मुख करके श्री गुरु हरगोबिंद साहब महाराज सच्चे पातशाह ने वचन कीता सी कि कोई समा आवेगा, वो समा जदों आवेगा ते साडा पहला पुत्र इस धरती नूं नवाजेगा, उस तो बाद साडा पोतरा इस धरती नूं नवाजेगा। बड़ियां रौनकां लगणगीਆਂ। आज जिन्ना कुछ आनंदपुर साहब की धरती ते गुरु तेग बहादुर महाराज सच्चे पातशाह ने रौनकां लाइयां, जिन्नियां रौनकां कलगीधर श्री गुरु गोबिंद सिंह महाराज ने लाइयां, जां जिहड़ियां रौनकां अज श्री आनंदपुर साहब की धरती ते आपां वेखदे हां, ये सारियां रौनकां दा वेरवा साध संगत श्री गुरु हरगोबिंद साहब महाराज सच्चे पातशाह जी ने किसी समय आउण वाला समा इस पावन पवित्र धरती ते विराजमान हो के खड़ के अपने हजूरी सिखां नूं ਸਿੰਘਾਂ नूं ये दस्या सी कि भाई कोई समा आवेगा जिहड़ी धरती नजर आ रही है वीरान,
ਟਿੱਬੇ ਸਾਡਾ ਪੁੱਤਰ, ਸਾਡਾ ਪੋਤਰਾ ਇਸ ਧਰਤੀ ਨੂੰ ਨਿਵਾਜੇਗਾ ਤੇ ਇਸ ਧਰਤੀ ਤੇ ਰੌਣਕਾਂ ਲੱਗਣਗੀਆਂ। ਇਹ ਉਹ ਪਾਵਨ ਪਵਿੱਤਰ ਧਰਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ, ਜਿਸ ਧਰਤੀ ਤੇ ਆਪਾਂ ਨਤਮਸਤਕ ਹੋਣ ਵਾਸਤੇ ਆਏ ਹਾਂ। ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਤਾਰਾ ਸਿੰਘ ਜੀ, ਮਹਾਂਪੁਰਸ਼ ਬਾਬਾ ਚਰਨ ਸਿੰਘ ਜੀ, ਉਹਨਾਂ ਮਹਾਂਪੁਰਸ਼ਾਂ ਦੇ ਜੋ ਸੰਪਰਦਾ ਹੈ ਉਹ ਕਾਰ ਸੇਵਾ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਕਰਾ ਰਹੇ ਹਨ। ਸੋ ਸਰਹਾਲੀ ਸਾਹਿਬ ਵਾਲੇ ਉਹਨਾਂ ਦੀ ਬਦੌਲਤ ਤੇ ਪਾਵਨ ਪਵਿੱਤਰ ਸਥਾਨ ਤੇ ਸੇਵਾਵਾਂ ਚੱਲ ਰਹੀਆਂ ਹਨ। ਸੋ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਗੁਰਦੀਪ ਸਿੰਘ ਜੀ ਭਾਂਦੀ ਵਾਲੇ ਮਹਾਂਪੁਰਖ, ਉਹਨਾਂ ਦਾ ਸੰਤ ਸੇਵਕ ਜਥਾ ਉਹਨਾਂ ਦੇ ਹੁਕਮ ਅਨੁਸਾਰ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਤੇ ਪੁੱਜਿਆ ਹੈ। ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਨਾਲ ਸਮਾਪਤੀ ਹੋਵੇਗੀ। ਸ਼੍ਰੀ ਅਖੰਡ ਪਾਠ ਸਾਹਿਬ ਦੀ ਸਤਿਗੁਰੂ ਰਹਿਮਤ ਕਰਕੇ ਆਪਣੇ ਕਾਰਜ ਸਾਰੇ ਆਪ ਨੇ ਨੇਪਰੇ ਚੜਾਉਣ, ਕਿਰਪਾ ਸਤਿਗੁਰੂ ਜੀ ਦੀ ਹੋਵੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਾਹੀ ਸਿੱਖ ਬੇਨਤੀਆਂ ਕਰਦਾ ਹੈ, ਮਹਾਰਾਜ ਰਾਜ ਦੀ ਲੋੜ ਨਹੀਂ, ਮੈਨੂੰ ਕਿਸੇ ਦੁਨਿਆਵੀ ਅਹੁਦੇ ਦੀ ਲੋੜ ਨਹੀਂ, ਪਦਾਰਥਾਂ ਦੀ ਲੋੜ ਨਹੀਂ ਹੈ, ਮੈਨੂੰ ਮੁਕਤੀ ਦੀ ਵੀ ਲੋੜ ਨਹੀਂ ਹੈ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖ ਨੂੰ ਪੁੱਛਦੇ, ਸਿੱਖਾ ਫਿਰ ਚਾਹੀਦਾ ਕੀ ਹੈ? ਜੋ ਸਿੱਖ ਮੰਗ ਰਿਹਾ ਆਪਾਂ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਉਹ ਦਾਤ ਪ੍ਰਾਪਤ ਕਰੀਏ ਔਰ ਬੇਨਤੀ ਕਰੀਏ ਸਾਰੇ ਰਲ ਕੇ। ਲੱਗਿਆ ਰਵੇ ਜੀ ਲੱਗਿਆ ਰਵੇ, ਮਨ ਮੇਰਾ ਤੇਰੇ ਚਰਨਾਂ ਨਾਲ ਲੱਗਿਆ ਰਵੇ, ਲੱਗਿਆ ਰਵੇ ਮਨ ਮੇਰਾ ਚਰਨਾਂ ਨਾਲ ਲੱਗਿਆ ਰਵੇ। ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਹੈ ਬੜੀ। ਦਾਤਾ ਰੱਖੀ ਚਰਨਾਂ ਨਾਲ ਜੋੜ ਕੇ, ਚਰਨਾਂ ਦੀ ਮੌਜ ਹੈ ਬੜੀ। ਚਰਨਾਂ ਵਾਲੀ ਜੀ ਮੌਜ ਹੈ ਬੜੀ, ਚਰਨਾਂ ਵਾਲੀ ਜੀ ਮੌਜ ਹੈ ਬੜੀ। ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਨਾਲ ਜੋੜ ਕੇ, ਚਰਨਾਂ ਵਾਲੀ ਮੌਜ ਹੈ ਬੜੀ। ਰੱਖੀ ਚਰਨਾਂ ਨਾਲ ਜੋੜ ਕੇ, ਚਰਨਾਂ ਵਾਲੀ ਮੌਜ ਹੈ ਬੜੀ।
ਰਾਜ ਮੁਕਤ ਨਹੀਂ ਚਾਹੁੰਦਾ ਜੀ, ਮੈਂ ਰਾਜ ਮੁਕਤ ਨਹੀਂ ਚਾਹੁੰਦਾ। ਜੀ ਮੈਂ ਰਾਜ ਮੁਕਤ ਨਹੀਂ ਚਾਹੁੰਦਾ ਜੀ, ਮੈਂ ਰਾਜ ਮੁਕਤ ਨਹੀਂ ਚਾਹੁੰਦਾ। ਜੀ ਮੈਂ ਰਾਜ ਮੁਕਤ ਨਹੀਂ ਚਾਹੁੰਦਾ, ਪ੍ਰੀਤੀ ਤੇਰੇ ਚਰਨਾਂ ਦੀ। ਜੀ ਮੈਂ ਰਾਜ ਮੁਕਤ ਨਹੀਂ ਮੰਗਦਾ, ਮੰਗਦਾ ਪ੍ਰੀਤੀ ਚਰਨਾਂ ਦੀ। वीर चरण कमल की मौज को कह कैसे अनुमान, कहबे को शोभा नहीं। ਇਸ ਤਰ੍ਹਾਂ ਕਾਹੀ ਸਿੱਖ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਦਾਤ ਮੰਗੀ ਕਿ ਸੱਚੇ ਪਾਤਸ਼ਾਹ ਮੈਨੂੰ ਕਿਸੇ ਰਾਜ ਦੀ, ਕਿਸੇ ਦੁਨਿਆਵੀ ਅਹੁਦੇ ਦੀ ਜਾਂ ਮੁਕਤੀ ਦੀ ਲੋੜ ਨਹੀਂ ਹੈ। ਮੈਂ ਤਾਂ ਜੇਕਰ ਆਪ ਜੀ ਦੇ ਚਰਨਾਂ ਵਿੱਚੋਂ ਮੰਗਦਾ ਹਾਂ, ਆਪ ਜੀ ਦੇ ਚਰਨਾਂ ਦੀ ਪ੍ਰੀਤੀ ਮੰਗਦਾ ਹਾਂ, ਕਿਉਂਕਿ ਤੁਹਾਡੀ ਚਰਨਾਂ ਦੀ ਪ੍ਰੀਤੀ ਨਾਲ, ਤੁਹਾਡੇ ਚਰਨਾਂ ਦੇ ਨਾਲ ਜੁੜ ਕੇ ਮੈਨੂੰ ਹਰ ਇੱਕ ਚੀਜ਼, ਹਰ ਇੱਕ ਵਸਤੂ ਪ੍ਰਾਪਤ ਹੋਵੇਗੀ। ਗੁਰੂ ਜੀ ਦੇ ਚਰਨਾਂ ਵਿੱਚੋਂ ਹੀ ਨਾਮ ਦੀਆਂ ਬਰਕਤਾਂ ਜਿਹੜੀਆਂ ਉਹ ਪ੍ਰਾਪਤ ਹੁੰਦੀਆਂ ਹਨ। ਕਾਹੀ ਸਿੱਖ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਵਿੱਚੋਂ ਨਾਮ ਦੀ ਦਾਤ, ਬੰਦਗੀ ਦੀ ਦਾਤ, ਸਬਰ ਸਿਦਕ ਦੀ ਦਾਤ ਬਖਸ਼ ਕੇ ਨਿਹਾਲ ਕੀਤਾ। ਸਤਿਗੁਰੂ ਜੀ ਤੋਂ ਆਗਿਆ ਲੈ ਕੇ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਕਾਹੀ ਸਿੱਖ ਸਾਧ ਸੰਗਤ ਜੀ ਜਿਹਨੇ ਆਪਣਾ ਜਨਮ ਸਫਲ ਕੀਤਾ। ਸੋ ਸਾਨੂੰ ਵੀ ਗੁਰੂ ਚਰਨਾਂ ਦੀ ਪ੍ਰੀਤੀ ਮੰਗਣੀ ਚਾਹੀਦੀ ਹੈ। ਗੁਰੂ ਜੀ ਦੇ ਚਰਨਾਂ ਵਿੱਚ ਹੀ ਸਾਰੇ ਸੁੱਖ ਛਿਪੇ ਹੋਏ ਹਨ। ਸਤਿਗੁਰੂ ਵਰਗਾ ਕੋਈ ਬਾਦਸ਼ਾਹ ਨਹੀਂ। ਵੱਡੇ ਵੱਡੇ ਬਾਦਸ਼ਾਹ ਦੁਨੀਆ ਦੇ ਝੂਠੇ ਹਨ, ਸਤਿਗੁਰੂ ਨਿਥਾਵਿਆਂ ਦੇ ਥਾਵ ਹਨ। ਸਤਿਗੁਰੂ ਦਾਤਾਂ ਦੇ ਦਾਤੇ ਹਨ, ਸਤਿਗੁਰੂ ਵਰਗਾ ਦਾਤਾ ਕੋਈ ਨਹੀਂ ਹੈ। ਇਸ ਕਰਕੇ ਆਓ ਗੁਰੂ ਸਾਹਿਬ ਜੀ ਪਾਸੋਂ ਨਾਮ ਦੀਆਂ ਬਖਸ਼ਿਸ਼ਾਂ ਮੰਗਣੀਆਂ ਕਰੀਏ। ਸਤਿਗੁਰੂ ਜੀ ਤਰੁੱਠ ਕੇ ਸਾਨੂੰ ਸਾਡੀ ਝੋਲੀ ਦੇ ਵਿੱਚ ਨਾਮ ਦੀਆਂ ਸੇਵਾ ਸੰਬੰਧੀਆਂ ਬਰਕਤਾਂ ਪਾਉਣ, ਇਹੀ ਅਰਦਾਸ ਬੇਨਤੀ ਗੁਰੂ ਚਰਨਾਂ 'ਚ ਕਰਨੀ ਹੈ। ਸੋ ਇੱਥੇ ਹੀ ਦਾਸ ਦੀ ਸਮਾਪਤੀ ਹੈ। ਬਾਬਾ ਹਰੀ ਸਿੰਘ ਜੀ ਇੱਕ ਸ਼ਬਦ ਦੀ ਸਾਂਝ ਪਾ ਕੇ ਫਿਰ ਸਮਾਪਤੀ ਕਰਨਗੇ। ਉਪਰੰਤ ਅਰਦਾਸ ਬੇਨਤੀ ਗੁਰੂ ਚਰਨਾਂ 'ਚ ਹੋਵੇਗੀ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਹੁਕਮਨਾਮੇ ਸਰਵਣ ਕਰਕੇ ਫਿਰ ਆਪਾਂ ਗੁਰੂ ਜੀ ਤੋਂ ਆਗਿਆ ਲੈਣੀ ਹੈ। ਹੋਈਆਂ ਭੁੱਲਾਂ ਦੀ ਖਿਮਾ, ਸਰਬੱਤ ਸੰਗਤ ਪਿਆਰ ਦਾ ਸਬੂਤ ਦਿਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।